कोई वैपन्स ऑफ मैस डिस्ट्रक्शन की वायलेशन हुई है, ये अधीन किसी ते केस पाए हैं तो सानू वो दस सकता है। बट दिस बिल हैविंग बीन पास ये उत्ते की कार्रवाई की गई है? किसी नू फड़िया वैपन्स ऑफ मैस डिस्ट्रक्शन ली? ना बायोलॉजिकल, ना कैमिकल, ना न्यूक्लीयर। तो उहदा सीधा साधा रीज़न है कि ये वैपन्स तो सिर्फ तो सिर्फ कोई स्टेट बना सकता हैगा, और ये जिहड़े वैपन्स ऑफ मैस डिस्ट्रक्शन है ये पंजाब दे विच एक टैरर पैदा करते हैं। टैरर जद पिछली बारी जंग का माहौल बनया सी बादल साहब की सरकार च, सारा पंजाब बॉर्डर बेल्ट तो उठ के अंदर पंजाब के दूजे हिस्से दे विच अंदर आ गया सीगा, और ये टैरर वैपन्स जिहड़े हैगे हैं न्यूक्लियर बॉम्ब वगैरह, ये स्टेट लैवल एक्टर्स इनू रखते हैगे हैं। ਇਹਦੇ ਵਿੱਚ इंडिया हैगा, चाइना हैगा ते पाकिस्तान हैगा, और ਜਿਹੜੀ ਇਹਨਾਂ ਨੂੰ ਰੈਗੂਲੇਟ ਕਰਨ ਵਾਲੀ ਬਣਦੀ ਟ੍ਰੀਟੀ ਹੈ ਉਹ ਯੂਨਾਈਟਿਡ ਨੇਸ਼ਨਸ 'ਚ NPT ਨॉन प्रोलिफरेशन ट्रीटी ਤੇ ਜਿਹੜੀ ਸੰਸਥਾ ਨਾਲ ਮੈਂ ਸੰਬੰਧਿਤ ਹੈ इंटरनेशनल कैंपेन अगेंस्ट न्यूक्लियर वैपन्स ICAN, ਉਹਨਾਂ ਦਾ ਇੱਕ UN 'ਚ कैंपेन ਚੱਲ ਰਿਹਾ हैगा ਜਿਹੜੀ ਅਸੀਂ बेनती कर रहे हैं ट्रीटी ऑन द प्रोहिबिशन ऑफ न्यूक्लियर वैपन्स। हुण जे तुसी इफ यू कुड हैव द लैपटॉप, जे तुसी देखोगे तो जिथे असी अज बैठे हैं ਉਹਦੇ ਵਿੱਚ पंजाब दे विच सब तो ज़्यादा खतरा हैगा न्यूक्लियर वैपन्स दे जंग दा, और वो जंग बिल्कुल साडे बॉर्डर ते होनी है। यह जिहड़ी न्यूक्लियर टैररिज्म चल रही है बंबां दी, वो इंडिया दा स्टेट, पाकिस्तान दा स्टेट, चाइना दा स्टेट, वो ये बंब पैदा करके पंजाब दे उत्ते हावी हो गया। असी बिल्कुल बॉर्डर ते बैठे हैं, चाहे दिल्ली इस्लामाबाद ते सुट दे, ਜਿਹੜਾ ਵੈਸਟਰਨ ਡਿਸਟਰਬੈਂਸਿਸ ਆਉਂਦੀਆਂ ਸਾਰਾ ਪ੍ਰਦੂਸ਼ਣ ਪੰਜਾਬ ਦੇ ਉੱਤੇ ਆਊਗਾ, ਚਾਹੇ ਦਿੱਲੀ ਇਸਲਾਮਾਬਾਦ ਤੇ ਚਾਹੇ ਇਸਲਾਮਾਬਾਦ ਦਿੱਲੀ 'ਚ ਸੁੱਟ ਦੇ, ਇੱਥੋਂ ਜਿਹੜਾ ਮੌਨਸੂਨ ਦੀਆਂ ਹਵਾ ਆਉਂਦੀਆਂ ਉਹ ਵੀ ਪੰਜਾਬ ਦੇ ਉੱਤੇ ਬਰਸਣਗੀਆਂ, ਉਹ ਵੀ ਪ੍ਰਦੂਸ਼ਣ ਸਾਡੇ ਉੱਤੇ ਆਣਾ ਹੈਗਾ। ਫਿਰ ਇੰਡੀਆ ਨੇ ਇੱਕ ਡਾਕਟਰਿਨ ਲਾਗੂ ਕੀਤੀ ਹੈ ਜਿਹੜੀ ਸਮੇਂ-ਸਮੇਂ ਤੇ ਡਿਸਟਰਬੈਂਸਿਸ ਪੈਦਾ ਕਰਦੀ ਹੈ, ਉਹ ਮਾਈਨੋਰਿਟੀਜ਼ ਨੂੰ ਪ੍ਰੈਸ ਕਰਨ ਵਾਲੀ ਹੈ। ਉਹ ਆਪਰੇਸ਼ਨ 'ਚ ਬਾਰਡਰ ਤੇ ਛੇੜਛੜਾਪਾ ਹੋ ਜਾਂਦਾ ਹੈ, ਕਦੀ ਬ੍ਰਹਮਸ ਮਿਸਾਈਲ ਸੁੱਟ ਦਿੰਦੇ ਆ, ਕਦੀ ਡਰੋਨ ਚਲੇ ਜਾਂਦੇ ਆ, ਤੇ ਕਦੀ ਜਾ ਕੇ ਉੱਥੇ ਕਸ਼ਮੀਰ ਦੇ ਰੌਲੇ ਦੇ ਰਾਹੀਂ ਹਵਾਈ ਜਹਾਜ਼ ਜਾ ਕੇ ਬੰਬਾਰੀ ਕਰ ਦਿੰਦੇ ਹੈਗੇ ਆ। ਇਹਦਾ ਅਸਰ ਸਿੱਧਾ ਤੇ ਸਿੱਧਾ ਪੰਜਾਬ ਦੇ ਉੱਤੇ ਪੈਂਦਾ ਹੈਗਾ। ਵੀ ਆਰ ਫੇਸਿੰਗ ਨਿਊਕਲੀਅਰ ਟੈਰਰਿਜ਼ਮ ਇਨ ਪੰਜਾਬ ਬਿਕੋਜ਼ ਸਟੇਟ ਐਕਟਰਸ परमाणु शस्त्र ਵਧਾਈ ਜਾਂਦੇ ਆ, ਡੀਸਟੇਬਲ ਆਪਣੇ ਆਪ ਨੂੰ ਕਰੀ ਜਾਂਦੇ ਆ, ਤੇ ਲੜਾਈ ਦਾ ਮਾਹੌਲ ਸਭ ਤੋਂ ਜ਼ਿਆਦਾ ਜਿੱਥੇ ਚਿਕਨ ਨੈਕ ਹੈ ਪੰਜਾਬ ਦੇ ਵਿੱਚ ਉੱਥੇ ਪੈਦਾ ਹੁੰਦਾ ਹੈਗਾ। ਸਾਰੀਆਂ ਜੰਗਾਂ ਇੱਥੇ ਲੜੀਆਂ ਜਾਂਦੀਆਂ। ਸੋ ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਜਿਹੜੇ ਉਰੇ ਮਿਨਿਸਟਰ ਹੈਗੇ ਆ ਜੈ ਸ਼ੰਕਰ ਜੀ, ਉਹ ਨਿਊਯਾਰਕ ਜਾ ਕੇ ਨॉन प्रोलिफरेशन ਤੇ ਨਿਊਕਲੀਅਰ ਵੈਪਨਸ ਨੂੰ ਖਤਮ ਕਰਨ ਵਾਸਤੇ ਪੰਜਾਬ ਦਾ ਪੱਖ ਰੱਖਣ। ਇੱਥੇ ਆ ਕੇ ਵੈਪਨਸ ਆਫ ਮੈਸ ਡਿਸਟਰਕਸ਼ਨ ਦੀ ਉਹਨਾਂ ਨੇ ਗੱਲ ਕਰਤੀ, ਪਰ ਉਹ ਐਪਲੀਕੇਬਲ ਕਿਹਦੇ ਉੱਤੇ ਹੈ? ਅੱਜ ਤੱਕ ਉਹ ਕਾਨੂੰਨ ਕਿਸ ਤੇ ਲਾਗੂ ਕੀਤਾ ਗਿਆ? ਸਾਨੂੰ ਤਾਂ ਲੋੜ ਹੈਗੀ ਹੈ ਕਿ ਨਿਊਕਲੀਅਰ ਵੈਪਨਸ ਨਾ ਹੋਣ, ਜੰਗ ਦਾ ਮਾਹੌਲ ਖਤਮ ਹੋਏ, ਔਰ ਤਕਰੀਬਨ ਇੰਡੀਆ ਦੀ GDP 1% ਵੱਧ ਸਕਦੀ ਹੈ ਜੇ ਆਪਾਂ ਬੈਰੀਅਰ ਖੋਲ ਕੇ ਟ੍ਰੇਡ ਬੈਰੀਅਰਸ ਆਪਣੀ ਫਸਲਾਂ ਜਿੰਸਾਂ ਪਾਕਿਸਤਾਨ ਤਾਈਂ ਪਹੁੰਚਾ ਸਕੀਏ। ਉੱਥੋਂ ਸੀਮੈਂਟ ਤੇ ਹੋਰ ਜਿਹੜੇ ਸਾਧਨ ਹੈਗੇ ਆ ਇੱਥੇ ਲਾ ਸਕੀਏ, ਸਾਡੀ ਕੰਸਟਰਕਸ਼ਨ ਗਰੀਬਾਂ ਦੇ ਘਰ ਸਸਤੇ ਬਣ ਸਕਦੇ ਆ। ਜਦ ਵਾਗਾ ਖੁੱਲਾ ਸੀ 250 ਰੁਪਏ ਦਾ ਕੱਟਾ ਸੀਮੈਂਟ ਦਾ ਹੁੰਦਾ ਸੀਗਾ, ਅੱਜ ਦੱਸੋ 400 ਤੋਂ ਥੱਲੇ ਨਹੀਂ ਮਿਲਦਾ ਹੈਗਾ। ਸੋ ਵੀ ਵਾਂਟ ਟ੍ਰੇਡ, ਸਾਨੂੰ ਚਾਹੀਦੀ ਹੈ ਟ੍ਰੇਡ। ਵੀ ਡੋਂਟ ਵਾਂਟ ਦ ਟੈਰਰ ਆਫ ਨਿਊਕਲੀਅਰ ਬੋਮਬਸ। ਅਸੀਂ ਇਸ ਪਾਰਲੀਮੈਂਟ ਨੂੰ, ਇਸ ਮੰਤਰਾਲੇ ਨੂੰ
ਬੇਨਤੀ ਕਰਦੇ ਆ ਕਿ ਤੁਸੀਂ ਜਾ ਕੇ ਨਿਊਯਾਰਕ 'ਚ ਜੈ ਸ਼ੰਕਰ ਜੀ ਉੱਥੇ ਸਾਡੇ ਪੰਜਾਬ ਬਚਾਉਣ ਦੀ ਗੱਲ ਕਰੋ। We don't want war. We don't want nuclear terror. We don't want any kind of disturbance to ਅਮਨ and ਸ਼ਾਂਤ in Punjab. ਸਾਨੂੰ ਚਾਹੀਦਾ ਹੈ ਵਪਾਰ। We want trade. We want peaceful relations with our neighbor, and we want Punjab to increase its wealth by trading. ਅਮਰੀਕਾ 'ਚ ਦੇਖੋ ਕੈਨੇਡਾ ਤੋਂ ਲੈ ਕੇ ਮੈਕਸੀਕੋ ਤਾਈਂ ਟਰੱਕ ਸਮਾਨ ਲੈ ਕੇ ਜਾ ਸਕਦਾ ਹੈਗਾ, ਕੋਈ ਨਹੀਂ ਰੋਕਦਾ ਹੈਗਾ। ਜਦ ਅਮਨ ਸ਼ਾਂਤ ਤੇ ਭਾਈਬੰਦੀ ਹੁੰਦੀ ਹੈ ਤਾਂ ਟ੍ਰੇਡ ਰਾਹੀਂ ਸਾਰੇ ਹੀ ਵਾਧਾ ਖਾਂਦੇ ਆ। ਇਹ ਤਾਂ ਇੱਥੇ ਹੀ ਹਰੇਕ ਨੇਬਰ ਨਾਲ ਲੜਾਈ ਪਈ ਹੋਈ ਹੈ। ਕਦੀ ਨੇਪਾਲ ਦਾ ਬਲੌਕੇਡ, ਇਕਨੋਮਿਕ ਬਲੌਕੇਡ ਕਰ ਦਿੰਦੇ ਆ, ਕਦੀ ਜਾ ਕੇ ਹੋਰ ਦੇਸ਼ਾਂ ਨਾਲ ਲੜਾਈਆਂ ਪਾ ਲੈਂਦੇ ਆ। ਸੋ ਵੀ ਵਾਂਟ ਪੀਸ ਐਂਡ ਹਾਰਮਨੀ ਐਂਡ ਟ੍ਰੇਡ, ਐਂਡ ਵੀ ਵਾਂਟ wealth to accumulate. We don't want nuclear bombs to accumulate, and we don't want to live in the shadow of war. Nuclear bomb usage ਦੇ ਬਹੁਤ ਘਾਤਕ ਅਸਰ ਹੋ ਸਕਦੇ ਹੈ। ਇਹ ਆਈਕੈਨ ਨੇ ਦਿੱਤੇ ਹੈ। Spending on nuclear weapons detracts resources from any other social service. ਨਾ ਸਿਹਤ ਸੇਵਾਵਾਂ, ਨਾ ਹੋਰ ਆਪਣੇ ਜਿਹੜੀਆਂ ਸੇਵਾਵਾਂ ਉਹਦੇ ਉੱਤੇ ਪੈਸੇ ਲੱਗਦੇ ਹੈ। The use of less than 1% of the world's nuclear weapons would result in global catastrophic famine. ਜਿੱਥੇ ਨਿਊਕਲੀਅਰ ਬੰਬ 1% ਵੀ ਇਹ ਸਟਾਕਪਾਈਲ ਦੇ ਚੱਲ ਪਏ, ਉਹ ਇੰਨਾ ਪ੍ਰਦੂਸ਼ਣ ਹਵਾ 'ਚ ਉਠਾਉਣਗੇ ਕਿ ਸਾਰੇ ਦੀ ਫਸਲਬਾੜੀ ਉਹਦਾ ਫਰਕ ਪਾਊਗੀ। We don't want nuclear weapons. India, Pakistan can join the TPNW, the treaty to ban nuclear weapons, and help achieve nuclear disarmament. ਅਸੀਂ ਇਹ ਥ੍ਰੈਟ ਨੂੰ ਘਟਾਉਣਾ ਚਾਹੁੰਦੇ ਹਾਂ। Any use of nuclear weapons will have a catastrophic humanitarian consequence that cannot be addressed. ਜਿੱਥੇ ਨਿਊਕਲੀਅਰ ਵੈਪਨ ਚੱਲ ਪਏ ਉੱਥੇ there is no medical response, ਕਿਉਂਕਿ ਉਸ ਰੇਡੀਏਸ਼ਨ ਐਟਮੋਸਫੇਅਰ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਜਾ ਸਕਦਾ, ਕੋਈ ਨਰਸ ਨਹੀਂ ਜਾ ਸਕਦੀ। ਉੱਥੇ ਬੇਬਸ ਬੰਦੇ ਜਿਵੇਂ ਹਿਰੋਸ਼ੀਮਾ ਨਾਗਾਸਾਕੀ 'ਚ ਸੀ ਉਸ ਹਾਲਾਤ 'ਚ ਰਹਿ ਜਾਣਗੇ। ਸੋ ਅਸੀਂ ਫੇਰ ਇਹ ਪਾਰਲੀਮੈਂਟ ਤੇ ਸਰਕਾਰ ਤੇ ਹੋਰਾਂ ਨੂੰ ਬੇਨਤੀ ਕਰਦੇ ਆ ਕਿ ਇਹ ਨਿਊਕਲੀਅਰ ਬੰਬ ਘਟਾਓ ਤੇ ਅਮਨ ਤੇ ਸ਼ਾਂਤ ਨਾਲ ਟ੍ਰੇਡ बढ़ाओ। ਜੇ ਇੱਕ ਵੀ ਨਿਊਕਲੀਅਰ ਬੰਬ ਚਲੇ ਗਿਆ, ਹੈਲਥ ਕੇਅਰ ਸਿਸਟਮਸ ਵਿਲ ਨਾਟ ਬੀ ਏਬਲ ਟੂ ਕੋਪ। ਉੱਥੇ ਕੰਮ ਹੀ ਨਹੀਂ ਹੋ ਸਕਦਾ ਹੈਗਾ, ਕਿਸੇ ਮਰੀਜ਼ ਦੀ ਮਦਦ ਨਹੀਂ ਹੋ ਸਕਦੀ ਹੈਗੀ। whether or not they are detonated, nuclear weapons cause widespread harm to our health and the environment. ਇਹ ਬੈਠੇ ਬੈਠੇ ਵੀ ਪ੍ਰਦੂਸ਼ਣ ਪੈਦਾ ਕਰਦੇ ਆ, ਸਿਹਤ ਨੂੰ ਵੀ ਤੇ ਵਾਤਾਵਰਣ ਨੂੰ ਵੀ। A nuclear attack anyway would overwhelm the health infrastructure, making humanitarian response impossible. ਫਿਰ health infrastructure cannot cope. ਇਹ ਫਿਰ ਹੈਲਥ ਕੇਅਰ ਦੇ ਉੱਤੇ ਅਸੀਂ ਦਿੰਦੇ ਆ ਕਿ ਇਹਦਾ ਕੋਈ ਇਲਾਜ ਹੀ ਨਹੀਂ ਹੈਗਾ, ਇਹਦਾ ਕੁਝ ਨਹੀਂ ਕਰ ਸਕਦੇ ਆਪਾਂ। ਤੇ ਆ ਐਮਟੀ ਪ੍ਰੋਮਿਸਿਸ ਐਨਪੀਟੀ ਦੇ ਸਾਰੇ ਕਰੀ ਜਾਂਦੇ ਆ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ, ਇਹ ਹੋ ਰਿਹਾ, ਪਰ ਜਿਹੜੇ ਅਸੀਂ ਉਰੇ ਬਸਦੇ ਆ, ਸਾਨੂੰ ਨਿਊਕਲੀਅਰ ਥ੍ਰੈਟ ਦੇ ਅਧੀਨ ਤੁਸੀਂ ਇੰਨਾ ਡਰਾ ਕੇ ਦਬਾ ਕੇ ਰੱਖਿਆ, ਇੱਥੇ ਇੰਡਸਟਰੀ ਆਉਣ ਨੂੰ ਤਿਆਰ ਨਹੀਂ, ਸਦਾ ਉਰੇ ਜੰਗ ਦਾ ਮਾਹੌਲ ਪੈਦਾ ਕਰੀ ਜਾਂਦੇ ਹੈਗੇ ਹੋ। ਔਰ ਇਸੇ ਤਰ੍ਹਾਂ ਆਪਾਂ ਨੂੰ ਆਪਣਾ ਪੰਜਾਬ 'ਚ ਇਹ ਨਿਊਕਲੀਅਰ ਵੈਪਨਸ ਦੇ ਬਰਖਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਪੰਜਾਬ ਨੂੰ ਖੁਸ਼ਹਾਲ ਅਮਨ ਪਸੰਦ ਟ੍ਰੇਡਿੰਗ ਨਾਲ ਆਪਾਂ ਨੂੰ ਉਰੇ ਬਸਣਾ ਚਾਹੀਦਾ ਹੈ। ਇਹ ਵੈਪਨਸ ਆਫ ਮੈਸ ਡਿਸਟਰਕਸ਼ਨ ਦੀ ਜਿਹੜਾ ਬਿੱਲ ਹੈ ਚਲੋ ਪਾਸ ਹੋ ਗਿਆ, ਪਰ ਸਾਨੂੰ ਦੱਸੋ ਇਹ ਕਿੱਥੇ ਬੰਦੇ ਇਹਨਾਂ ਨੂੰ ਮਿਲੇ ਆ ਜਿਨ੍ਹਾਂ ਨੇ ਇਹਦੀ ਉਲੰਘਣਾ ਕੀਤੀ ਹੈ, ਔਰ ਇੰਨੇ ਸਾਧਨ ਕਿਹਦੇ ਕੋਲੇ ਹੈ? ਵੈਪਨਸ ਆਫ ਮੈਸ ਡਿਸਟਰਕਸ਼ਨ ਤਾਂ ਸਿਰਫ ਤੇ ਸਿਰਫ ਸਟੇਟ ਐਕਟਰਸ, ਸਟੇਟਸ ਹੀ ਉਹਨੂੰ ਪੈਦਾ ਕਰ ਸਕਦੇ ਆ, ਵਰਤ ਸਕਦੇ ਆ, ਉਹੀ ਗਵਾ ਸਕਦੇ ਆ, ਉਹੀ ਇਹਨਾਂ ਨੂੰ ਦੁਰਵਰਤੋਂ ਕਰ ਸਕਦੇ ਹੈਗੇ ਆ। ਇਹ ਕਿਸੇ ਇੱਕ ਬੰਦੇ ਦੇ ਬਰਖਲਾਫ ਤਾਂ ਇਹ ਐਕਸ਼ਨ ਹੋ ਹੀ ਨਹੀਂ ਸਕਦਾ। ਸੋ ਇਹਦੇ ਲਈ ਅਪਰੋਪਰੀਏਟ ਟ੍ਰੀਟੀਜ਼ ਹੈਗੀਆਂ, ਐਨਪੀਟੀ ਇਹਦੇ ਲਈ ਅਪਰੋਪਰੀਏਟ ਟ੍ਰੀਟੀ ਹੈਗੀ ਹੈ, ਦ ਬੈਨ ਔਨ ਨਿਊਕਲੀਅਰ ਵੈਪਨਸ, ਤੇ ਅਸੀਂ ਇਹਦੇ ਪੱਖ 'ਚ ਅੱਜ ਤੁਹਾਡੇ ਨਾਲ ਗੱਲ ਕਰਨ ਆਏ ਹਾਂ। ਵੀ ਵਾਂਟ ਟ੍ਰੇਡ, ਵੀ ਡੂ ਨਾਟ ਵਾਂਟ ਵਾਰ। ਸਵਾਲ ਸਰ ਇੱਕ ਇਹ ਸਵਾਲ ਹੈਗਾ ਵੀ ਇਸ ਤੋਂ ਹਟ ਕੇ ਸਵਾਲ ਹੈਗਾ, ਜ਼ਮੀਨ ਛਡਾਈ ਗਈ ਆ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਉੱਤੇ ਮੈਂ ਕੋਈ ਕਮੈਂਟ ਨਹੀਂ, ਮੈਂ ਤਾਂ ਅੱਜ ਨਿਊਕਲੀਅਰ ਵੈਪਨਸ ਤੇ ਗੱਲ ਕਰਨ ਆਇਆ ਸੀਗਾ। ਤੇ ਮੈਂ ਤੁਸੀਂ ਕਹਿ ਰਹੇ ਹੋ ਕਿ ਇਹ ਭਾਰਤ ਇੱਧਰ ਹੀ ਪਹਿਲ ਕਦਮੀ ਕਰੇ, ਬਾਕੀ ਤੁਹਾਨੂੰ ਲੱਗਦਾ ਕਿ ਗਵਾਂਢੀ ਸੂਬੇ ਵੀ ਇਸ ਲਈ ਰਾਜੀ ਹੋਣਗੇ? ਜੇ ਗੱਲਬਾਤ ਕਰੋਗੇ ਜੀ ਤਾਂ ਹੀ ਚੱਲੂਗੀ ਗੱਲ। ਜੇ ਤੁਸੀਂ ਉਰੇ ਬੈਠ ਕੇ ਉਹਨਾਂ ਨਾਲ ਮੇਲ ਨਹੀਂ ਕਰਨਾ, ਗੱਲ ਨਹੀਂ ਕਰਨੀ,
ਤੁਰੇ ਤੇ ਹੀ ਗੱਲ ਹੁੰਦੀ ਹੈਗੀ ਹੈ। ਤੇ ਵੀ ਡਿਮਾਂਡ ਦੈਟ ਆ ਗਵਰਨਮੈਂਟ ਮੇਕਸ ਐਫਰਟਸ, ਬਿਕੋਜ਼ ਸਾਡਾ ਤਾਂ ਸਾਰਾ ਟ੍ਰੇਡ ਦਾ ਢਾਂਚਾ ਖਤਮ ਕੀਤਾ ਗਿਆ ਹੈਗਾ। ਸਾਡਾ ਤਾਂ ਆਵਾਜਾਈ ਰੋਕੀ ਹੋਈ ਹੈ, ਸਾਡੇ ਗੁਰੂ ਘਰ ਉੱਥੇ ਵਿਛੜੇ ਹੋਏ ਆ। ਇੱਥੇ ਬੈਠ ਕੇ ਹਮੇਸ਼ਾ ਕਹੀ ਜਾਣਾ ਕਿ ਅਸੀਂ ਆਕਰਮਣ ਕਰ ਦਾਂਗੇ, ਹਮਲੇ ਕਰ ਦਾਂਗੇ। ਇਹਦੇ ਨਾਲ ਤਾਂ ਗੱਲ ਸਿਰੇ ਲੱਗਣੀ ਨਹੀਂ ਹੈਗੀ। ਜੇ ਜੈ ਸ਼ੰਕਰ ਜੀ ਉਰੇ ਗੇੜੇ ਕੱਢਣ ਦੀ ਥਾਂ ਜਾ ਕੇ ਆਪਣੇ ਗਵਾਂਢੀਆਂ ਨੂੰ ਮਿਲਣ, ਉਹਨਾਂ ਨੂੰ ਪ੍ਰੇਰਣ, ਉਹਨਾਂ ਨਾਲ ਗੱਲਬਾਤ ਕਰਨ, ਗੱਲ ਕਰੇ ਤੇ ਹੁੰਦੀ ਹੈ। ਨੀਅਤ ਦੀ ਗੱਲ ਹੈ, ਇਹ ਨੀਅਤ ਅਸੀਂ ਪੈਦਾ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਦੀ ਲੋੜ ਹੈ। ਤੁਸੀਂ ਪ੍ਰੈਸ ਨੋਟ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਗੁਜਰਾਤ ਤੇ ਐਮੀਰੇਟਸ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ, ਸਿੱਧੇ ਤੌਰ ਤੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ। ਹਾਂਜੀ, ਤੇ ਲੱਗਦਾ ਹੈ ਕਿ ਇਹਦੇ ਪਿੱਛੇ ਕੇਂਦਰ ਚਾਹੁੰਦੀ ਨਹੀਂ ਹੈਗੀ ਕਿ ਪੰਜਾਬ ਦਾ ਵਿਕਾਸ ਹੋਵੇ ਉਸ ਤਰੀਕੇ ਨਾਲ। ਸਾਨੂੰ ਤਾਂ ਇਹ ਸ਼ੱਕ ਹੈ ਕੇਂਦਰ ਇਹਨੂੰ ਦੱਸੇ ਕਿ ਕਿਵੇਂ ਇਹ ਇਹਨੂੰ ਦੇਖ ਰਿਹਾ ਹੈਗਾ, ਕਿਉਂਕਿ ਜਿਹੜੀ ਚੀਜ਼ ਹੁਣ ਉਰੇ ਬਣਦੀ ਹੈ, ਕੋਈ ਥ੍ਰੈਸ਼ਰ ਹੋਏ, ਹਾਰਵੈਸਟਰ ਹੋਏ, ਉਹ ਪਾਕਿਸਤਾਨ ਤੇ ਜਾ ਕੇ ਵੱਧ ਰੇਟ ਤੇ ਵਿਕਦੀ ਹੈ। ਉਰਿਓਂ ਲੱਦ ਕੇ ਟਰੱਕਾਂ ਦੇ ਉੱਤੇ ਜਾ ਕੇ ਗੋਧਰਾ ਕਾਂਡਲਾ ਭੇਜ ਕੇ ਉੱਥੇ ਫਿਰ ਕਿਸ਼ਤੀ ਗੁਜਰਾਤੀਆਂ ਦੀ ਗੋਦਾਨਾਂ ਚੋਂ ਕੱਢ ਕੇ ਕਿਸ਼ਤੀਆਂ ਉਸ ਤੇ ਪਾ ਕੇ ਕਿਤੇ ਦੁਬਈ ਭੇਜੋ, ਕਿਤੇ ਕਰਾਚੀ ਭੇਜੋ, ਉੱਥੇ ਫਿਰ ਗੁਜਰਾਤੀਆਂ ਨੂੰ ਪੈਸੇ ਦਿਓ, ਫਿਰ ਸਿੰਧੀਆਂ ਰਾਹੀਂ ਤੁਸੀਂ ਆ ਨਾਲ ਦੇ ਖੇਤ ਪੰਜਾਬ 'ਚ ਜੇ ਆਪਣਾ ਮਸ਼ੀਨਰੀ ਭੇਜ ਰਹੇ ਹੋ ਤਾਂ ਫਿਰ ਘਾਟਾ ਪੰਜਾਬ ਦਾ ਹੈ ਤੇ ਵਾਧਾ ਹੋਰਾਂ ਦਾ ਹੈ ਜੀ। ਇਮਾਨ ਜੀ, ਜਿਹੜੀ ਇਹ ਤਰਮੀਮ ਕੀਤੀ ਹੈ, ਤਰਮੀਮ ਦੇ ਬਾਰੇ ਥੋੜਾ ਜਿਹਾ ਸਰਲ ਸ਼ਬਦਾਂ ਦੇ ਵਿੱਚ ਦੱਸ ਸਕਦੇ ਕਿ ਤਰਮੀਮ ਕੀਤੀ ਕੀ ਹੈਗੀ ਇਹ? बेसिकली ये बिल है की है क्योंकि हाँ, बहुत सारे weapons of mass destruction ਦਾ ਫੰਡਿੰਗ ਤੇ ਰੋਕ ਲਾਉਣ ਲਈ ਤਬਾਹੀ ਵਾਲੇ ਹਥਿਆਰਾਂ ਦੀ ਫੰਡਿੰਗ ਤੇ ਰੋਕ ਲਾਉਣ ਦਾ ਹੱਕ ਹੈ। ਪਰ ਪਰਸਨ ਤੇ ਹੈ, ਇਹ ਪਰਸਨ ਤੇ ਹੈ, ਨੂੰ ਇੰਡੀਵਿਜੂਅਲ ਨੂੰ ਮਤਲਬ ਰੋਕਿਆ। ਫਰਜ਼ ਕਰੋ ਜੇ ਆਪਾਂ ਜਿਹੜੀ ਆਹ ਵਾਇਰਸ ਹੁਣ ਚੱਲ ਰਹੀ ਹੈਗੀ ਹੈ ਕਰੋਨਾ, ਇਹਨੂੰ ਇਕੱਠਾ ਕਰਕੇ ਕਿਤੇ ਸੁੱਟ ਦਈਏ, ਠੀਕ ਹੈ ਨਾ। ਜਿਹੜੇ ਬੰਦੇ ਨੇ ਕੈਨੀ ਬਣਾਈ ਜਿਹਦੇ ਤੇ ਵਾਇਰਸ ਰੱਖਿਆ, ਉਹ ਵੀ ਇਹਦੇ ਵਿੱਚ ਆ ਜਾਊਗਾ। ਜਿਹਨੇ ਪੈਸੇ ਦਿੱਤੇ ਉਹ ਕੈਨੀ ਵਾਸਤੇ, ਤੇ ਜਿਹਨੇ ਵਾਇਰਸ ਇਕੱਠੀ ਕੀਤੀ ਉਹ ਸਾਰੇ ਆ ਜਾਣਗੇ, ਫਾਈਨੈਂਸਰ ਵੀ ਇਸ 'ਚ ਆ ਜਾਣਗੇ। ਸੋ ਪਹਿਲਾਂ ਸਿਰਫ ਟ੍ਰੇਡ ਦਾ ਸੀਗਾ ਜਿਹੜਾ ਕੈਨੀ ਵੇਚਦਾ ਹੈ, ਹੁਣ ਜਿਹਨੇ ਕੈਨੀ ਬਣਾਉਣ ਦੇ ਪੈਸੇ ਦਿੱਤੇ ਆ ਉਹਦੇ ਤੇ ਵੀ ਇਹ ਲਾਗੂ ਹੋ ਜਾਊਗਾ। ਇਹਦੇ ਵਿੱਚ ਕੋਈ ਮਤਲਬ ਕੋਈ ਇਹ ਮਾੜੀ ਸੋਚ ਨਹੀਂ ਹੈ ਕਿ ਜਿਹੜਾ ਇਹੋ ਜਿਹੇ ਕੰਮ ਕਰਦਾ ਉਹਦੇ ਉੱਤੇ ਕੇਸ ਲਾਏ। ਪਰ ਜਦ NPT ਨਿਊਯਾਰਕ 'ਚ ਚੱਲ ਰਹੀ ਹੈ, ਉੱਥੇ ਜੈ ਸ਼ੰਕਰ ਜੀ ਨੇ ਜਾ ਕੇ NPT ਦੇ ਉੱਤੇ ਕੰਮ ਕਰਨਾ ਹੈ, ਇੱਥੇ ਪੂਰੇ ਜਹਾਨ ਨੂੰ ਦਿਖਾ ਦੇਣਾ ਕਿ ਜੀ ਅਸੀਂ ਇਸ ਗੱਲ ਬਾਰੇ ਸੀਰੀਅਸ ਹਾਂ। ਡੋਮੈਸਟਿਕ ਬਿੱਲ ਪੇਸ਼ ਕਰਕੇ ਉਹਦੇ ਵਿੱਚ ਮੈਨੂੰ ਦੱਸੋ ਕਿਹੜੇ ਬੰਦਿਆਂ ਦੇ ਉੱਤੇ ਅੱਜ ਤੱਕ ਇਹ ਲਾਗੂ ਹੋਇਆ। ਬਿੱਲ ਦੀ ਨੀਅਤ ਤਾਂ ਠੀਕ ਹੈ, ਪਰ ਬੰਦੇ ਕਿਹੜੇ ਆ ਜਿਹਦੇ ਉੱਤੇ ਲਾਗੂ ਹੋਇਆ? ਇਹਦੀ ਵਰਤੋਂ ਕਿੱਥੇ ਹੈ? ਵਰਤੋਂ ਇਸ ਕਰਕੇ ਨਹੀਂ ਕਿਉਂਕਿ ਇਹ ਸਾਰੇ ਕੰਮ ਸਟੇਟ ਪੱਧਰ ਤੇ ਹੁੰਦੇ ਆ। ਕੋਈ ਛੋਟੀ ਸੰਸਥਾ ਇਹਨੂੰ ਨਾ ਚਲਾ ਸਕਦੀ ਹੈ, ਨਾ ਫੰਡ ਕਰ ਸਕਦੀ ਹੈ। ਹਾਂ, ਬਣੀ ਬਣਾਈ ਚੀਜ਼ ਕਿਸੇ ਨੂੰ ਫੜਾ ਦਿਓ ਤੇ ਉਹਦਾ ਇਹੋ ਜਿਹੀ ਨੀਤ ਹੋਏ ਕਿ ਉਹ ਨੁਕਸਾਨ ਕਰਨਾ ਚਾਹੇ, ਉਹ ਜ਼ਰੂਰ ਹੋ ਸਕਦਾ। ਪਰ ਇਹ ਬਣਦੀਆਂ ਸਟੇਟ ਲੈਬੋਰੇਟਰੀਜ਼ 'ਚ ਹੈ, ਰਿਫਾਈਨ ਸਟੇਟ ਲੈਬੋਰੇਟਰੀਜ਼ 'ਚ ਹੁੰਦੀਆਂ। ਇਹ ਆਮ ਤੌਰ ਤੇ ਮਿਲਦੀਆਂ ਨਹੀਂ ਹੈਗੀਆਂ ਚੀਜ਼ਾਂ, ਤੇ ਇਹਦੇ ਉੱਤੇ ਬਹੁਤ ਕੰਟਰੋਲ ਹੁੰਦਾ ਹੈ। CISF ਲੱਗੀ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈਗਾ। ਤੇ ਇਹਦੇ ਉੱਤੇ ਤੁਸੀਂ ਬਿੱਲ ਪਾਸ ਕਰ ਰਹੇ ਹੋ ਜਦ ਕਿ ਸਾਨੂੰ ਖਤਰਾ ਹੈ ਸਟੇਟ ਲੈਵਲ ਦੀ ਜੰਗ ਦਾ। ਸਾਡੇ ਉੱਤੇ, ਪੰਜਾਬ ਦੇ ਉੱਤੇ ਜਿਹੜਾ ਖਤਰਾ ਹੈ ਉਹ ਸਟੇਟ ਲੈਵਲ ਜੰਗ ਦਾ ਹੈ। ਇਮਾਨ ਜੀ, ਜਿਹੜੀ ਬੜੀ ਅਹਿਮ ਚੀਜ਼ ਹੈ ਕਿ ਪੰਜਾਬ ਦੀ ਭੂਮਿਕਾ, ਪੰਜਾਬ ਸਰਕਾਰ ਦੀ ਭੂਮਿਕਾ ਕੀ ਰਹਿਣ ਵਾਲੀ, ਕਿਉਂਕਿ ਤੁਸੀਂ ਇਹਦੇ ਵਿੱਚ ਖਦਸ਼ਾ ਵੀ ਜਤਾਇਆ ਹੈਗਾ ਕਿ ਜੇ ਵਾਰ ਵਾਲੀ ਸਿਚੁਏਸ਼ਨ ਪੈਦਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਬਾਰਡਰਾਂ ਤੋਂ ਹੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਿੱਛੇ ਖਿੱਚਿਆ ਜਾਂਦਾ, ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਇੱਥੇ ਕੀ ਬਣਦੀ ਹੈ? ਪੰਜਾਬ ਸਰਕਾਰ ਨੂੰ ਜੋ ਸਟੇਟਸ ਨਿਊਕਲੀਅਰ ਵਾਰ ਦਾ ਹੈਗਾ ਉਹਦੇ ਬਾਰੇ ਆਪਣੇ ਐਟੋਮਿਕ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਤੋਂ ਲੈਣਾ ਚਾਹੀਦਾ ਹੈ। ਇਹ ਕਿੰਨਾ ਥ੍ਰੈਟ ਅਸੈਸਮੈਂਟ ਹੈਗਾ, ਜਿਹੜੀ ਇਹਨਾਂ ਨੇ ਡਾਕਟਰਿਨ ਕੋਲਡ ਸਟਾਰਟ ਦੀ ਤੋਰੀ ਹੋਈ ਹੈ ਕਿ ਅਸੀਂ ਸਟ੍ਰਾਈਕ ਕਾਜ਼ ਜਾ ਕੇ ਪਾਕਿਸਤਾਨ ਨੂੰ ਪਨਿਸ਼ ਕਰਨ ਵਾਸਤੇ ਖੜੀਆਂ ਕਰਾਂਗੇ। ਉਹਦੇ ਨਾਲ ਟੈਕਟੀਕਲ ਨਿਊਕਲੀਅਰ ਵੈਪਨਸ ਜਿਹੜੇ ਛੋਟੇ ਮਾਤਰਾ ਦੇ ਹੁੰਦੇ ਆ, ਫਰਜ਼ ਕਰੋ ਟੈਂਕਾਂ ਦੀ ਫੌਜ ਪਾਕਿਸਤਾਨ ਤੇ ਭੇਜਦੀ, ਫਿਰ ਇਹ ਟੈਕਟੀਕਲ ਨਿਊਕਲੀਅਰ ਵੈਪਨ ਵਰਤਣਗੇ ਉੱਥੇ ਟੈਂਕਾਂ ਨੂੰ ਰੋਕਣ ਵਾਸਤੇ। ਉਹ ਵੀ ਪੰਜਾਬ ਦੇ ਖੇਤਰ ਦੇ ਵਿੱਚ ਆਉਣਗੇ। ਸਾਨੂੰ ਇੱਥੇ ਜਿਹੜੇ ਬੰਬ ਚੱਲਣਗੇ ਛੋਟੇ ਵਾਲੇ, ਉਹ ਵੀ ਪੰਜਾਬ ਨੂੰ ਮਾਰਦੇ ਆ। ਵੱਡਿਆਂ ਨੇ ਸਿਟੀਜ਼ ਦੇ ਉੱਤੇ ਹਮਲਾ ਕਰਨਾ ਹੈਗਾ। ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਵਾਰ ਸਿਚੁਏਸ਼ਨ ਦੇ ਵਿੱਚ ਆਮ ਪੰਜਾਬੀ ਦਾ ਕੀ ਹਾਲ ਹੋਣਾ ਹੈਗਾ, ਉਹਦੇ ਵਾਸਤੇ ਕੀ ਪ੍ਰੋਵੀਜ਼ਨਸ ਕਰ ਸਕਦੇ ਆ। ਅਮਰੀਕਾ ਦੇ ਵਿੱਚ ਜਦ ਨਾਲ ਕਿਵੇਂ ਸੰਬੰਧ ਹੈ ਜੀ ਬਿੱਲ ਦਾ? ਮੈਂ ਦੱਸ, ਅਮਰੀਕਾ ਦੇ ਵਿੱਚ ਜਦ ਕੋਲਡ ਵਾਰ ਚੱਲਦੀ ਸੀ
ਸਰਕਾਰ ਨੇ ਪੈਸੇ ਦੇ ਕੇ ਬੰਕਰ ਬਣਵਾਏ ਸੀਗੇ, ਲੋਕੀ ਸ਼ੈਲਟਰ ਬਣਾਉਂਦੇ ਹੁੰਦੇ ਸੀ, ਸਕੂਲ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ ਕਿ ਜੇ ਪਰਮਾਣੂ ਸ਼ਸਤਰ ਚੱਲਿਆ ਤੁਸੀਂ ਕੀ ਕੁਝ ਕਰ ਸਕਦੇ ਹੈਗੇ ਹੋ। ਇਹ ਸਿਵਲ ਡਿਫੈਂਸ ਦਾ ਜਿਹੜਾ ਕੰਮ ਹੈ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਸਭ ਤੋਂ ਅਨਸਟੇਬਲ ਬਾਰਡਰ ਅੱਜ ਇਹ ਪੰਜਾਬ ਦਾ ਹੈਗਾ, ਜਿਹਦੇ ਉੱਤੇ ਸਭ ਤੋਂ ਵੱਡਾ ਖਤਰਾ ਹੈਗਾ ਨਿਊਕਲੀਅਰ ਵਾਰ ਦਾ। ਤੁਸੀਂ ਪੁੱਛਿਆ ਸੀਗਾ ਸਟ੍ਰਾਈਕ ਦਾ ਕੀ ਹੈਗਾ। ਜਿਹੜੇ ਸਟ੍ਰਾਈਕ ਹੁੰਦੇ ਆ, ਪਹਿਲਾਂ ਜਿਹੜਾ ਆਰਮੀ ਦੀ ਯੂਜ਼ ਹੁੰਦੀ ਸੀਗੀ ਉਹਦੇ ਵਿੱਚ ਜਿਹੜੇ ਸਟ੍ਰਾਈਕ ਫਾਰਮੇਸ਼ਨਸ ਆ ਜਿਹਦੇ ਨਾਲ ਤੁਸੀਂ ਹਮਲਾ ਕਰਨਾ ਹੈ, ਉਹਨਾਂ ਨੂੰ ਪਿੱਛੇ ਬਿਠਾਉਂਦੇ ਸੀਗੇ। ਮੂਰੇ ਜਿਹੜੇ ਤੁਹਾਡੇ ਬਾਰਡਰਾਂ ਤੇ ਲੱਗੇ ਹੋਏ ਆ ਉਹ ਡਿਫੈਂਸਿਵ ਪੋਸਚਰ 'ਚ ਹੁੰਦੇ ਸੀਗੇ, ਹਮਲਾ ਆਏ ਤੇ ਉਹਨਾਂ ਨੂੰ ਰੋਕਣਾ ਕਿਵੇਂ ਹੈ, ਠੀਕ ਹੈ ਨਾ ਜੀ। ਸੋ ਉਹਨਾਂ ਦੀ ਜਿਹੜੀ ਬਣਤਰ ਸੀਗੀ ਉਹ ਹਮਲਾ ਰੋਕਣ ਤੇ ਸੀਗੀ। ਜਿਹੜੇ ਸਟ੍ਰਾਈਕ ਵਾਲੇ ਫਾਰਮੇਸ਼ਨ ਸੀ ਮੱਧ ਪ੍ਰਦੇਸ਼, ਕਰਨਾਟਕਾ ਵਗੈਰਾ 'ਚ ਬੈਠਦੇ ਸੀ, ਉਹਨਾਂ ਨੂੰ 2-3 ਹਫ਼ਤੇ ਲੱਗ ਜਾਂਦੇ ਸੀ ਮੂਰੇ ਆਉਣ ਤਾਈਂ, ਕਿਉਂਕਿ ਲੌਜਿਸਟਿਕਸ ਦਾ ਪ੍ਰੋਬਲਮ ਹੈ। ਟ੍ਰੇਨਾਂ ਤੇ ਚੜਾ ਕੇ, ਟਰੱਕਾਂ ਤੇ ਚੜਾ ਕੇ, ਟੈਂਕਾਂ ਟੂੰਕਾਂ ਨੇ ਜਿਨ੍ਹਾਂ ਨੇ ਆਰਟਿਲਰੀ ਨੇ ਹਮਲਾ ਕਰਨਾ ਪਿੱਛੋਂ ਅੱਗੇ ਆਉਂਦਾ ਸੀਗਾ। ਸੋ ਸੁੰਦਰ ਜੀ ਨੇ ਤੇ ਹੋਰਾਂ ਨੇ ਇੱਕ ਕੋਲਡ ਸਟਾਰਟ ਡਾਕਟਰਿਨ ਬਣਾਈ ਸੀ, ਜਿਹਦੇ ਨਾਲ ਤੁਸੀਂ ਆਪਦਾ ਨੇੜੇ ਤੋਂ ਹਮਲਾ, ਜਦੋਂ ਹੀ ਹਮਲਾ ਹੋਇਆ ਨਾਲ ਦੀ ਨਾਲ ਜਵਾਬ ਦਾ ਹਮਲਾ ਦੇਤਾ। ਹੁਣ ਉਹਦੇ ਨਾਲ ਕੀ ਹੋਇਆ ਕਿ ਉਹਦਾ ਰਿਸਪੌਂਸ ਪਾਕਿਸਤਾਨ ਨੇ ਕੀਤਾ ਕਿ ਅਸੀਂ ਛੋਟੇ ਪੱਧਰ ਦੇ ਟੈਕਟੀਕਲ ਨਿਊਕਲੀਅਰ ਵੈਪਨ ਜਿਹੜਾ ਐਡੇ ਵੱਡੀ ਵਿਸਫੋਟ ਨਹੀਂ ਕਰਦੇ, ਉਹ ਵਰਤ ਕੇ ਜਦ ਤੁਸੀਂ ਅੱਗੇ ਭੇਜੋਗੇ ਟੈਂਕ ਆਰਟਿਲਰੀ, ਉਹਦੇ ਉੱਤੇ ਅਸੀਂ ਵਰਤਾਂਗੇ। ਹੁਣ ਉਹ ਕਿੱਥੇ ਟੈਂਕ ਤੇ ਆਰਟਿਲਰੀ ਆਊਗੀ? ਪੰਜਾਬ ਦੇ ਮੈਦਾਨ 'ਚ, ਮੇਬੀ ਰਾਜਸਥਾਨ 'ਚ ਹੋ ਜੂ, ਮੇਬੀ ਗੁਜਰਾਤ 'ਚ, ਪਰ ਉੱਥੇ ਤਾਂ ਰੇਗਿਸਤਾਨ ਹੈ, ਬੰਦੇ ਤਾਂ ਉਰੇ ਰਹਿੰਦੇ ਆ ਸਾਰੇ। ਸੋ ਜਦ ਤੁਸੀਂ ਸਟ੍ਰਾਈਕਸ ਕਰੋਗੇ, ਤੁਸੀਂ ਖੇਮਕਰਨ ਦੇਖ ਲਓ, ਹੋਰ ਏਰੀਆਜ਼ ਦੇਖੋ, ਹਮੇਸ਼ਾ ਲੜਾਈਆਂ ਇੱਥੇ ਹੁੰਦੀਆਂ ਤੇ ਸਾਡੇ ਉੱਤੇ ਇਹ ਟੈਕਟੀਕਲ ਵੈਪਨਸ ਚੱਲਣਗੇ, ਫਿਰ ਸਾਨੂੰ ਤਾਂ ਜੰਗ ਤੋਂ ਸਭ ਤੋਂ ਜ਼ਿਆਦਾ ਖਤਰਾ ਹੈ। ਸਾਰੀ ਇੰਡਸਟਰੀ ਜਾ ਕੇ ਸਾਊਥ ਇੰਡੀਆ ਬਸ ਜਾਂਦੀ ਹੈ ਕਿ ਉੱਥੇ ਥ੍ਰੈਟ ਆਫ ਵਾਰ ਹੈ ਨਹੀਂਗਾ, ਉੱਥੇ ਸੇਫਟੀ ਹੈ। ਸਾਡੇ ਉਰੇ ਉੱਜੜ ਕੇ ਇੰਡਸਟਰੀ ਚਲੇ ਜਾਂਦੀ ਹੈ। ਅਸੀਂ ਤਾਂ ਕਹਿੰਦੇ ਆ ਪਾਕਿਸਤਾਨ ਨਾਲ ਭਾਈਵਾਲ ਬਣ ਕੇ ਉੱਥੇ ਆਪਾਂ ਸਾਂਝੇ ਥਾਵਾਂ ਤੇ ਇੰਡਸਟਰੀਆਂ ਖੋਲੀਏ, ਆਪਾਂ ਇੱਕ ਇਹੋ ਜਿਹਾ ਕੋਰੀਡੋਰ ਬਣਾਈਏ ਜਿਹਦੇ ਵਿੱਚ ਚਾਹੇ ਅਸੀਂ ਹਮਲਾ ਕਰੀਏ ਚਾਹੇ ਉਹ ਕਰਨ, ਉੱਥੇ ਨੁਕਸਾਨ ਹੋਣ ਤੋਂ ਦੋਨੋਂ ਡਰਨ। ਜੇ ਵਾਘਾ ਬਾਰਡਰ ਜਿਹੜਾ ਅੱਜ ਤਾਰਾਂ ਨਾਲ ਇੰਨਾ ਵੱਡਾ ਕੀਤਾ ਹੋਇਆ, 50 ਕਿਲੋਮੀਟਰ BSF ਨੂੰ ਭੇਜਤਾ, ਉੱਥੇ ਅਸੀਂ ਸਾਂਝੀ ਫ੍ਰੀ ਇਕਨੋਮਿਕ ਜ਼ੋਨ ਖੋਲੀਏ, ਉਹਦੇ ਵਿੱਚ ਟ੍ਰੇਡ ਹੋਵੇ, ਆਵਾਜਾਈ ਹੋਏ, ਇੱਕ ਦੂਜੇ ਨਾਲ ਬੰਦੇ ਮਿਲਣ, ਇਹ ਟ੍ਰੇਡ ਨੂੰ ਆਪਾਂ ਵਧਾਈਏ ਤੇ ਇੱਕ ਦੂਜੇ ਨਾਲ ਤਾਲਮੇਲ ਰੱਖੀਏ। ਇਹਦੇ ਨਾਲ ਸਾਨੂੰ ਦੋਨਾਂ ਨੂੰ ਫਾਇਦਾ ਹੈ, ਸਾਨੂੰ ਇਕਨੋਮਿਕ ਡਿਵੈਲਪਮੈਂਟ ਹੁੰਦੀ ਹੈ। ਆਪਾਂ ਨੈਗੋਸ਼ੀਏਸ਼ਨ ਤੇ ਗੱਲਾਂ ਬਾਤਾਂ ਕਰੀਏ, ਆਪਣਾ ਥ੍ਰੈਟ ਥੱਲੇ ਕਰੀਏ, ਇੱਕ ਦੂਜੇ ਦੀ ਗੱਲ ਸਮਝੀਏ ਤੇ ਗੱਲ ਕਰਦਿਆਂ ਥ੍ਰੈਟ ਨੂੰ ਘਟਾਉਣ ਦਾ ਯਤਨ ਕਰੀਏ। ਇਹ ਚੀਜ਼ਾਂ ਸਾਨੂੰ ਪੰਜਾਬ 'ਚ ਲੋੜ ਹੈ। ਆ ਵੈਪਨਸ ਆਫ ਮੈਸ ਡਿਸਟਰਕਸ਼ਨ ਨੂੰ ਤੁਸੀਂ ਜੇ ਕਹਿੰਦੇ ਹੋ ਕਿ ਤੁਹਾਡੀ ਨੀਅਤ ਇਸ ਪੱਖ ਹੈ, ਫਿਰ ਅਸਲ ਤਾਂ ਸਟੇਟ ਐਕਟਰਸ ਹੈ, ਸਟੇਟ ਤੇ ਫੋਕਸ ਕਰੋ। ਮਾਨ ਸਾਹਿਬ, ਤੁਹਾਨੂੰ ਖਦਸ਼ਾ ਕੀ ਹੈ ਵੀ ਇਸ ਬਿੱਲ ਦੀ ਆੜ ਦੇ ਵਿੱਚ ਕੀ ਸਾਡੇ ਨੌਜਵਾਨਾਂ ਉੱਤੇ ਝੂਠੇ ਪਰਚੇ, ਜਾਂ ਕਿਉਂਕਿ ਜੰਗ ਨਾਲ ਤਾਂ ਉਹ ਕਹਿੰਦੇ ਇਹਦਾ ਮਤਲਬ ਨਹੀਂ, ਜਿਹੜੇ ਲੋਕ ਅਜਿਹੇ ਹਥਿਆਰ ਇਹ ਜੈ ਸ਼ੰਕਰ ਅੱਜ ਭਾਰਤ 'ਚ ਬੈਠਿਆ, ਇਹਨੂੰ ਪਾਸ ਕਰਾ ਕੇ ਰਾਜ ਸਭਾ 'ਚ ਸਾਰੇ ਮੁਲਕਾਂ ਨੂੰ ਕਹਿ ਰਿਹਾ ਕਿ ਅਸੀਂ ਨਿਊਕਲੀਅਰ ਵਾਰ, ਵੈਪਨਸ ਆਫ ਮੈਸ ਡਿਸਟਰਕਸ਼ਨ ਦੇ ਬਰਖਲਾਫ ਹੈ। ਪਰ ਜੇ ਤੁਸੀਂ ਵਾਕਈ ਬਰਖਲਾਫ ਹੋ, ਜਿਹੜੇ ਅਸਲ ਇਹਨੂੰ ਵਰਤਦੇ ਆ ਤੇ ਕੰਮ ਕਰਦੇ ਆ, ਉਹਨਾਂ ਦੀ ਕਾਨਫਰੰਸ ਹੋ ਰਹੀ ਹੈ ਨਿਊਯਾਰਕ 'ਚ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ। ਇੱਥੇ ਬੈਠਾ ਤੂੰ ਕਹੀ ਜਾਂਦਾ ਕਿ ਅਸੀਂ ਇਹਦੀ ਬਰਖਲਾਫ ਹੈ, ਉੱਥੇ ਜਾ ਕੇ ਨਾਨ ਪ੍ਰੋਲੀਫਰੇਸ਼ਨ ਦੀ ਗੱਲ ਕਰਕੇ ਇੰਡੀਆ ਨੂੰ ਸਾਈਨ ਕਰਾ ਇਹਨਾਂ ਗੱਲਾਂ ਤੇ। ਇੰਡੀਆ ਐਕਸ਼ਨ ਲੈ, ਕਿਉਂਕਿ ਜ਼ਿਆਦਾ ਐਕਟਰਸ ਇਸ 'ਚ ਸਟੇਟ ਐਕਟਰਸ ਹੈ। ਇੱਥੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਬੰਦਿਆਂ ਨੂੰ ਅਸੀਂ ਐ ਕਰ ਦਾਂਗੇ, ਕਿ ਕਿਹੜਾ ਬੰਦਾ ਬਣਾ ਸਕਦਾ ਯਾਰ ਨਿਊਕਲੀਅਰ ਬੰਬ? ਇਹ ਤਾਂ ਮੁਲਕ ਬਣਾਉਂਦੇ ਆ। ਜੀ ਤਾਂ ਫਿਰ ਮੁਲਕਾਂ ਦੇ ਵਿੱਚ ਜਾ ਕੇ ਗੱਲ ਕਰ। ਉਰੇ ਬੈਠੇ ਆਪਣੇ ਘਰੇ ਕਹਿ ਦੇਣਾ ਕਿ ਮੈਂ ਇਹਦੇ ਬਰਖਲਾਫ ਹੈ, ਜਦ ਤੈਨੂੰ ਤਨਖਾਹ ਤੇ ਡਿਊਟੀ ਤੇਰੀ ਸਟੇਟ ਲੈਵਲ ਦੇ ਕੰਮ ਕਰਨ ਦੀ ਹੈ, ਸਟੇਟਾਂ ਨਾਲ ਜਾ ਕੇ ਨੈਗੋਸ਼ੀਏਟ ਕਰ, ਥ੍ਰੈਟ ਪਰਸੈਪਸ਼ਨ ਥੱਲੇ ਲੈ ਕੇ ਆ, ਪੰਜਾਬ ਨੂੰ ਟ੍ਰੇਡ ਦੇ ਵਿੱਚ ਵਾੜ, ਇਹ ਤੇਰੇ ਕੰਮ ਹੈ, ਇੱਥੇ ਥੋੜੀ ਤੇਰੇ ਕੰਮ ਹੈ। ਇਹ ਬਿੱਲ ਵੀ ਕਿਤੇ ਨਾ ਕਿਤੇ ਪੰਜਾਬ ਸਟੇਟ ਨੂੰ ਟਾਰਗੇਟ ਕਰਦਾ, ਕਿਉਂਕਿ ਬਾਕੀਆਂ ਦੇ ਵਿੱਚ ਵਿਰੋਧ ਇੰਨਾ ਨਹੀਂ। ਪੰਜਾਬ ਸਟੇਟ ਵੈਪਨਸ ਆਫ ਮੈਸ ਡਿਸਟਰਕਸ਼ਨ ਨਹੀਂ ਬਣਾਉਂਦਾ, ਅਸੀਂ ਤਾਂ ਇਹਦੇ ਸ਼ਿਕਾਰ ਹਾਂ। ਅਸੀਂ ਨਹੀਂ ਬਣਾਉਂਦੇ। ਨਹੀਂ ਆਪਾਂ ਨਹੀਂ ਬਣਾਉਂਦੇ, ਪਰ ਟਾਰਗੇਟ ਕਰਨ ਲਈ ਕੀਤਾ ਗਿਆ। ਪੰਜਾਬ ਦੇ ਉੱਤੇ ਇਹਦਾ ਨੁਕਸਾਨ ਹੋ ਸਕਦਾ ਪੰਜਾਬ 'ਚ। ਇਸ ਬਿੱਲ ਦਾ ਪੰਜਾਬ ਦੇ ਉੱਤੇ ਤਾਂ ਨੁਕਸਾਨ ਹੁੰਦਾ ਹੈ ਜੇ ਸਾਡੇ ਬੰਦੇ ਇਸ ਕੰਮ 'ਚ ਪੰਜਾਬ ਦੇ ਲੱਗੇ ਹੋਣ। ਜਿਵੇਂ ਸਾਨੂੰ ਡਰੱਗਸ ਦੇ ਵਿੱਚ ਵਾੜਤਾ ਹੈਗਾ, ਹੋਰ ਚੀਜ਼ਾਂ ਦਾ ਬਦਨਾਮੀ ਕਰਦੇ ਆ, ਹਜੇ ਸਾਡੇ ਉੱਤੇ ਕੋਈ ਵੈਪਨਸ ਆਫ ਮੈਸ ਡਿਸਟਰਕਸ਼ਨ ਦਾ ਕੇਸ
ਜਿੰਨਾ ਮੈਨੂੰ ਪਤਾ ਮੇਰੇ ਹਿਸਾਬ ਨਾਲ ਤਾਂ ਕੋਈ ਇਹੋ ਜਿਹਾ ਕੇਸ ਚੱਲਿਆ ਨਹੀਂ ਹੈਗਾ ਤੇ ਨਾ ਹੀ ਇਸ ਮੁਲਕ 'ਚ ਕਿਸੇ ਹੋਰ ਬੰਦੇ ਨੂੰ ਟਾਰਗੇਟ ਕੀਤਾ ਕਿ ਇਹ ਸੰਸਥਾ ਜਾਂ ਬੰਦੇ ਵੈਪਨਸ ਆਫ ਮੈਸ ਡਿਸਟਰਕਸ਼ਨ ਦੇ ਕੰਮ ਕਰ ਰਹੇ ਆ। ਇਹ ਇਸ ਬਿੱਲ ਦੇ ਥੱਲੇ ਤਾਂ ਕੋਈ ਕਾਰਵਾਈ ਨਹੀਂ ਹੋਈ ਹੋਣੀ। ਤੇ ਫਿਰ ਪੰਜਾਬ ਤੁਸੀਂ ਵਿਰੋਧ ਕਿਉਂ ਕਰਦੇ? ਮੈਂ ਇਸ ਬਿੱਲ ਦਾ ਵਿਰੋਧ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਧਿਆਨ ਕਿਤੇ ਹੋਰ ਪਾ ਰਹੇ ਆ ਜਿੱਥੇ ਪੋਸਿਬਿਲਿਟੀ ਤੇ ਪ੍ਰੋਬੇਬਿਲਿਟੀ ਘੱਟ ਹੈ। ਅਸਲ ਚੀਜ਼ ਹੈਗੀ ਹੈ ਸਟੇਟ ਐਕਟਰਸ, ਇੰਡੀਆ, ਪਾਕਿਸਤਾਨ, ਚਾਈਨਾ। ਜੈ ਸ਼ੰਕਰ ਸਾਡਾ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਉਹਨਾਂ ਨਾਲ ਗੱਲ ਕਰਕੇ ਪਰਮਾਣੂ ਸ਼ਸਤਰ ਘਟਾਉਣੇ ਚਾਹੀਦੇ ਆ, ਆਪਣਾ ਉਰੇ ਬੈਨ ਕਰਨਾ ਚਾਹੀਦਾ ਨਿਊਕਲੀਅਰ ਵਾਰ, ਇੱਕ ਦੂਜੇ ਨਾਲ ਸਮਝੌਤੇ ਕਰਨੇ ਚਾਹੀਦੇ ਆ ਔਰ ਟ੍ਰੇਡ ਕਰਨਾ ਚਾਹੀਦਾ ਹੈ। ਉਹ ਰਾਜ ਸਭਾ ਦੇ ਵਿੱਚ ਬੈਠ ਕੇ ਇਹੋ ਜਿਹੇ ਬਿੱਲ ਪਾਸ ਕਰਕੇ ਸਾਡਾ ਕੁਝ ਨਹੀਂ ਸਰਦਾ। ਤੂੰ NPT ਦੇ ਉੱਤੇ ਜਾ ਕੇ ਗੌਰ ਕਰ, ਉਹਦੇ ਬੈਨ ਕਰਾ ਨਿਊਕਲੀਅਰ ਵੈਪਨਸ। ਇੱਥੇ ਬੈਠ ਕੇ ਕਹਿ ਦੇਣਾ ਕਿ ਮੈਂ ਇਹ ਬਿੱਲ ਪਾਸ ਕਰਾਤਾ, ਇਹ ਪ੍ਰਾਪਤੀ ਅਸੀਂ ਨਹੀਂ ਮੰਨਦੇ, ਪੰਜਾਬ ਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਪਰ ਜੇ ਤੂੰ ਨਿਊਕਲੀਅਰ ਵੈਪਨ ਬੈਨ ਕਰਦਾ ਹੈ, ਤੂੰ ਟ੍ਰੇਡ ਵਧਾਉਂਦਾ ਹੈ, ਫਿਰ ਸਾਨੂੰ ਇਹਦਾ ਫਾਇਦਾ ਹੈਗਾ। ਮਤਲਬ ਸਿੰਗਲ ਪਰਸਨ ਤੇ ਨਾ ਹੋਵੇ, ਪੂਰੇ ਵਰਲਡ ਦਾ ਯਾਰ ਜਿਹੜਾ ਬੰਦਾ ਬਣਾਉਂਦਾ ਹੀ ਨਹੀਂ ਹੈਗਾ। ਠੀਕ ਹੈ, ਠੀਕ ਹੈ ਨਾ ਜੀ। ਚਲੋ ਠੀਕ ਹੈ, ਅਸੀਂ ਮੰਨ ਸਕਦੇ ਹਾਂ ਕਿਤੇ ਨਾ ਕਿਤੇ ਇਹੋ ਜਿਹਾ ਹੋ ਸਕਦਾ ਹੈ ਕੋਈ ਸੰਸਥਾ ਜਾਂ ਬਣਾਉਣ ਤੇ ਇੱਛਕ, ਪਰ ਜਿਹੜਾ ਅਸਲੀਅਤ ਉਹ ਤਾਂ ਇਹ ਹੈ ਕਿ ਸਟੇਟ ਲੈਵਲ ਬੰਦਿਆਂ ਨੇ ਇਹ ਕੰਮ ਕੀਤਾ ਹੋਇਆ। ਇਸ ਵਿਸ਼ੇ ਤੋਂ ਅਲੱਗ ਪੁੱਛ ਲਈ ਜੀ ਹੁਣ ਅਸੀਂ ਤਾਂ ਇਸ ਵਿਸ਼ੇ ਤੇ ਕਹਿ ਕੇ ਤੁਹਾਨੂੰ ਭੇਜਿਆ ਹੈਗਾ। ਨਹੀਂ, ਜਿਹੜਾ ਉਹ ਜ਼ਮੀਨ ਦਾ ਰੌਲਾ ਚੱਲ ਰਿਹਾ ਉਹਦੇ ਬਾਰੇ ਤੁਹਾਡਾ reaction ਆਉਣਾ ਉਹਦੇ ਬਾਰੇ ਸਰ ਸਾਹਿਬ ਪਹਿਲਾਂ ਵੀ ਖਬਰਾਂ ਆਈਆਂ ਹੋਈਆਂ ਉਸ ਮੁੱਦੇ ਦੇ ਉੱਤੇ। ਪਹਿਲਾਂ ਪ੍ਰੈਸ ਕਾਨਫਰੰਸਾਂ ਹੋਈਆਂ ਉਸ ਮੁੱਦੇ ਤੇ ਅਸੀਂ ਤੁਹਾਨੂੰ ਪ੍ਰੈਸ ਨੋਟ ਨਾ ਭੇਜਿਆ ਨਾ ਸੱਦਾ ਦਿੱਤਾ ਹੈਗਾ। ਉਹ ਜਦ ਉੱਥੇ ਅਗਲੀ ਐਕਸ਼ਨ ਹੋਊਗੀ ਦੇ ਦਿਓ ਜੀ ਸਾਨੂੰ। ਖੁੱਲ ਤਾਂ ਤੁਹਾਡੀ ਸਾਰੇ ਕੁਛ ਹੀ ਹੈ, ਪਰ ਸਾਡੀ ਉਹਨਾਂ ਨੇ ਪਾਬੰਦੀ ਸਰ ਇਹ ਹੈ ਉਹਨਾਂ ਨੂੰ ਕਿਹਾ ਵੀ ਕਿ ਉਹਦਾ ਜਿਹੜਾ correctorate ਜਿਹੜਾ ਹੈਗਾ। ਪੰਜਾਬ ਦਾ ਮੁੱਦਾ ਜੀ, ਜੀ। ਅਸੀਂ ਉਭਾਰਨਾ ਚਾਹੁੰਦੇ ਹਾਂ ਕਿ ਪੰਜਾਬ 'ਚ ਇਸ ਗੱਲ ਦੀ ਪੂਰੀ ਚਰਚਾ ਨਹੀਂ ਹੁੰਦੀ, ਉਸ ਗੱਲ ਨੂੰ ਹੀ ਅਸੀਂ ਪ੍ਰਮੋਟ ਕਰਾਂਗੇ। ਉਹਦਾ 1.25 ਕਿੱਲਾ 1.25 ਕਿੱਲੇ 'ਚ ਬਹੁਤ ਡਿਫਰੈਂਸ ਆ ਸਰ ਰਿਹਾ। ਉਹ ਮੈਂ ਲੀਗਲੀ ਡੀਲ ਕਰੂੰਗਾ, ਉਹ ਮੈਂ ਹੋਰ ਤਰ੍ਹਾਂ ਡੀਲ ਕਰੂੰਗਾ, ਪਰ ਮੈਨੂੰ ਅੱਜ ਜਿਹੜਾ ਥ੍ਰੈਟ ਹੈ ਉਹ ਪੰਜਾਬ ਪੱਧਰ ਤੇ ਪਾਰਟੀ ਨੂੰ ਜਿਹੜਾ ਥ੍ਰੈਟ ਹੈ ਉਹ ਇਹ ਹੈ ਕਿ ਨਿਊਕਲੀਅਰ ਵੈਪਨਸ ਪੰਜਾਬ ਲਈ ਇੱਕ ਜਾਨਲੇਵਾ ਸਵਾਲ ਹੈਗਾ ਤੇ ਅਸੀਂ ਇਹਦੇ ਉੱਤੇ ਚਰਚਾ ਤੋਰਨੀ ਚਾਹੁੰਦੇ ਹਾਂ, ਕਰਨੀ ਚਾਹੁੰਦੇ ਹਾਂ ਔਰ ਅਸੀਂ ਟ੍ਰੇਡ ਵਪਾਰ ਨਾਲ ਇਕਨੋਮੀ ਵਧਾਉਣਾ ਚਾਹੁੰਦੇ ਹਾਂ। ਸੋ ਸਾਡਾ ਅੱਜ ਧਿਆਨ ਇੱਧਰ ਹੈ ਜੀ। ਠੀਕ ਹੈ। ਠੀਕ ਹੈ।